Good morning, dear students. How are you? I hope you are in fine fettle. ਮੇਰਾ ਅੱਜ ਦਾ ਟੌਪਿਕ ਹੈ ਸੈਂਟੈਂਸ। ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨ ਵਾਸਤੇ ਆਪਾਂ ਜੋ ਗਰੁੱਪ ਆਫ ਵਰਡਸ ਯੂਜ਼ ਕਰਦੇ ਹਾਂ ਉਸ ਨੂੰ ਹੀ ਸੈਂਟੈਂਸ ਕਿਹਾ ਜਾਂਦਾ ਹੈ। ਪਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੋ ਗਰੁੱਪ ਆਫ ਵਰਡਸ ਤੁਸੀਂ ਯੂਜ਼ ਕਰ ਰਹੇ ਹੋ ਉਹਨਾਂ ਦੀ ਕੋਈ ਕੰਪਲੀਟ ਸੈਂਸ ਬਣਦੀ ਹੈ। ਮੀਨਸ ਜੋ ਸੈਂਟੈਂਸ ਤੁਸੀਂ ਬੋਲ ਰਹੇ ਹੋ, ਗਰੁੱਪ ਆਫ ਵਰਡਸ ਯੂਜ਼ ਕਰ ਰਹੇ ਹੋ, ਉਹ ਮੀਨਿੰਗਫੁਲ ਹੋਣੇ ਚਾਹੀਦੇ ਨੇ। ਉਹਨਾਂ ਦੀ ਕੋਈ ਨਾ ਕੋਈ ਸੈਂਸ, ਕੋਈ ਨਾ ਕੋਈ ਮੀਨਿੰਗ ਨਿਕਲਣਾ ਚਾਹੀਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਸੈਂਟੈਂਸ ਹੈ ਜਾਂ ਨਹੀਂ? ਰਾਮ ਗੋਇੰਗ ਟੂ ਸਕੂਲ ਇਜ਼। No, this is not a correct sentence. The correct sentence is Ram is going to school. ਇਸ ਤਰ੍ਹਾਂ ਦੀਆਂ ਹੀ 4 ਹੋਰ ਐਗਜ਼ਾਮਪਲਸ ਹੈ। Do not spit on the floor. What is your name? May God bless you. What a fine morning. ਇਹ ਪੰਜੋ ਸੈਂਟੈਂਸਿਸ ਕੰਪਲੀਟ ਸੈਂਟੈਂਸਿਸ ਹੈ, ਮੀਨਿੰਗਫੁਲ ਸੈਂਟੈਂਸਿਸ ਹੈ, ਕਿਉਂਕਿ ਇਹ ਹਰ ਸੈਂਟੈਂਸ ਆਪਣੀ ਇੱਕ ਕੰਪਲੀਟ ਸੈਂਸ ਦੇ ਰਿਹਾ ਹੈ। ਇੱਕ ਸੈਂਟੈਂਸ ਦਾ ਸਟਰਕਚਰ ਕੀ ਹੋਏਗਾ ਉਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸਦੀ ਟਾਈਪ ਕਿਹੜੀ ਹੈ। ਨਹੀਂ ਸਮਝ ਆਇਆ? ਡੋਂਟ ਵਰੀ, ਆਈ ਐਮ ਹੀਅਰ ਟੂ ਟੈਲ ਯੂ। ਨਾਓ ਲੁੱਕ ਐਟ ਦ ਫਸਟ ਸੈਂਟੈਂਸ, ਰਾਮ ਇਜ਼ ਗੋਇੰਗ ਟੂ ਸਕੂਲ। ਇਹ ਸੈਂਟੈਂਸ ਅਸਰਟਿਵ ਸੈਂਟੈਂਸ ਹੈ। ਅਸਰਟਿਵ ਸੈਂਟੈਂਸ ਉਹ ਹੁੰਦੇ ਨੇ ਜੋ ਅਫਰਮੇਸ਼ਨ ਜਾਂ ਨੈਗੇਟਿਵ ਸੈਂਸ ਨੂੰ ਸ਼ੋ ਕਰਦੇ ਹੈ। ਇਸ ਦੀ ਇੱਕ ਹੋਰ ਐਗਜ਼ਾਮਪਲ ਹੈ, ਸ਼ੀ ਸਪੀਕਸ ਦ ਟਰੂਥ। ਆਈ ਡੋਂਟ ਲਾਈਕ ਦਿਸ ਪਿਕਚਰ। ਧਿਆਨ ਨਾਲ ਦੇਖੋ, ਅਸਰਟਿਵ ਸੈਂਟੈਂਸਿਸ ਸਬਜੈਕਟ ਤੋਂ ਸਟਾਰਟ ਹੁੰਦੇ ਨੇ। ਐਫਰਮੇਟਿਵ ਸੈਂਟੈਂਸ ਦਾ ਸਟਰਕਚਰ ਹੈ ਸਬਜੈਕਟ ਪਲਸ ਵਰਬ ਪਲਸ ਆਬਜੈਕਟ। ਬਟ ਨੈਗੇਟਿਵ ਸੈਂਟੈਂਸ ਦੇ ਵਿੱਚ ਨੋਟ ਯੂਜ਼ ਹੁੰਦੇ ਜੋ ਇੱਕ ਹਾਂ ਵਾਚਕ ਸੈਂਟੈਂਸ ਨੂੰ ਨਾ ਵਾਚਕ ਬਣਾ ਦਿੰਦਾ ਹੈ। ਪਿਆਰੇ ਬੱਚੋ, ਅਸਰਟਿਵ ਸੈਂਟੈਂਸਿਸ ਲਿਖਣ ਲੱਗੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਫਸਟ ਲੈਟਰ ਕੈਪੀਟਲ ਹੋਣਾ ਚਾਹੀਦਾ ਹੈ ਔਰ ਐਂਡ ਦੇ ਵਿੱਚ ਫੁੱਲ ਸਟਾਪ ਲਗਾਉਣਾ ਜ਼ਰੂਰੀ ਹੈ। ਆਈ ਹੋਪ ਤੁਹਾਨੂੰ ਅਸਰਟਿਵ ਸੈਂਟੈਂਸ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤਾਂ ਚਲੋ ਆਓ ਹੁਣ ਆਪਾਂ ਇੰਟਰੋਗੇਟਿਵ ਸੈਂਟੈਂਸ ਵੀ ਸਮਝ ਲਈਏ। ਜਦੋਂ ਤੁਸੀਂ ਕਿਸੇ ਤੋਂ ਕੋਈ ਗੱਲ, ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਉਸ ਟਾਈਮ ਤੇ ਇੰਟਰੋਗੇਟਿਵ ਸੈਂਟੈਂਸ ਯੂਜ਼ ਕਰੋਗੇ। ਐਗਜ਼ਾਮਪਲ, ਵੇਅਰ ਇਜ਼ ਮਾਈ ਬੁੱਕ। ਇੱਥੇ ਮੈਂ ਇਹ ਪੁੱਛ ਰਹੀ ਹਾਂ ਕਿ ਮੇਰੀ ਬੁੱਕ ਕਿੱਥੇ ਹੈ। ਇਸ ਸੈਂਟੈਂਸ ਦਾ ਸਟਰਕਚਰ ਹੈ WH ਵਰਡ, ਉਸ ਤੋਂ ਬਾਅਦ ਹੈਲਪਿੰਗ ਵਰਬ ਤੇ ਫਿਰ ਸਬਜੈਕਟ। ਮੀਨਸ ਜੋ ਹੈਲਪਿੰਗ ਵਰਬ ਹੈ ਉਹ ਸਬਜੈਕਟ ਤੋਂ ਪਹਿਲਾਂ ਆਉਂਦਾ ਹੈ। ਇਸ ਦੀ ਹੀ ਇੱਕ ਹੋਰ ਉਦਾਹਰਨ ਹੈ, ਡਿਡ ਹੀ ਲਰਨ ਹਿਜ਼ ਲੈਸਨ। ਇੰਟਰੋਗੇਟਿਵ ਸੈਂਟੈਂਸਿਸ ਲਿਖਦੇ ਹੋਏ ਧਿਆਨ ਦੇ ਵਿੱਚ ਰੱਖਣਾ ਹੈ ਕਿ ਫਸਟ ਲੈਟਰ ਕੈਪੀਟਲ ਹੋਣਾ ਚਾਹੀਦਾ ਹੈ। ਹਰ ਸੈਂਟੈਂਸ ਦਾ ਫਸਟ ਲੈਟਰ ਕੈਪੀਟਲ ਹੀ ਹੁੰਦਾ ਹੈ। ਇੱਕ ਹੋਰ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਇੰਟਰੋਗੇਟਿਵ ਸੈਂਟੈਂਸ ਲਿਖਦੇ ਹੋਏ ਐਂਡ ਦੇ ਵਿੱਚ ਕੁਐਸਚਨ ਮਾਰਕ ਜ਼ਰੂਰ ਲਗਾਉਣਾ ਹੈ। ਆਈ ਹੋਪ ਤੁਹਾਨੂੰ ਇੰਟਰੋਗੇਟਿਵ ਸੈਂਟੈਂਸਿਸ ਵੀ ਸਮਝ ਆ ਗਏ ਹੋਣਗੇ। ਅੱਛਾ ਦੱਸੋ, ਜੇ ਤੁਸੀਂ ਕਿਸੇ ਨੂੰ ਕੋਈ ਕਮਾਂਡ ਦੇਣੀ ਹੈ, ਐਡਵਾਈਸ ਦੇਣੀ ਹੈ ਜਾਂ ਰਿਕੁਐਸਟ ਕਰਨੀ ਹੈ ਤਾਂ ਤੁਸੀਂ ਕਿਹੜਾ ਸੈਂਟੈਂਸ ਯੂਜ਼ ਕਰੋਗੇ? ਅਗਰ ਤੁਹਾਨੂੰ ਪਤਾ ਹੈ then I give you 100 marks. But if not, don't worry, I am here to tell you. ਇਸ ਤਰ੍ਹਾਂ ਦੇ ਸੈਂਟੈਂਸਿਸ ਨੂੰ ਇੰਪੈਰੇਟਿਵ ਸੈਂਟੈਂਸਿਸ ਕਿਹਾ ਜਾਂਦਾ ਹੈ। ਇੰਪੈਰੇਟਿਵ ਸੈਂਟੈਂਸਿਸ ਦੀ ਪਹਿਚਾਣ ਇਹਨਾਂ ਦੇ ਫਰਸਟ ਵਰਡ ਤੋਂ ਹੋ ਜਾਂਦੀ ਹੈ। ਯੂਜ਼ਲੀ ਇਹਨਾਂ ਦਾ ਫਰਸਟ ਵਰਡ ਵਰਬ ਜਾਂ ਐਡਵਰਬ ਹੁੰਦਾ ਹੈ। ਇਹਨਾਂ ਦਾ ਸਟਰਕਚਰ ਹੈ ਵਰਬ ਪਲਸ ਆਬਜੈਕਟ। ਇਹਦੇ ਵਿੱਚ ਸਬਜੈਕਟ ਅੰਡਰਸਟੂਡ ਹੁੰਦਾ ਹੈ ਕਿ ਆਪਾਂ ਸਾਹਮਣੇ ਵਾਲੇ ਨਾਲ ਗੱਲ ਕਰ ਰਹੇ ਹਾਂ। ਐਡਵਰਬ ਦੀ ਐਗਜ਼ਾਮਪਲ ਹੈ ਪਲੀਜ਼ ਹੈਲਪ ਦ ਪੂਅਰ। ਸੈਂਟੈਂਸ ਦੇ ਬਿਗਨਿੰਗ ਦੇ ਵਿੱਚ ਕੈਪੀਟਲ ਲੈਟਰ ਤੇ ਐਂਡ ਦੇ ਵਿੱਚ ਫੁੱਲ ਸਟਾਪ ਜ਼ਰੂਰ ਯਾਦ ਰੱਖਣਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਐਕਸਕਲੇਮੇਟਰੀ ਸੈਂਟੈਂਸਿਸ ਦੀ। ਐਕਸਕਲੇਮੇਟਰੀ ਸੈਂਟੈਂਸਿਸ ਉਹ ਸੈਂਟੈਂਸਿਸ ਹੈ ਜੋ ਆਪਣੇ ਸਡਨ ਤੇ ਸਟਰੋਂਗ
ਇਮੋਸ਼ਨਸ ਨੂੰ ਸ਼ੋ ਕਰਦੇ ਹਨ। ਉਹ ਇਮੋਸ਼ਨਸ ਜੋ ਅਚਾਨਕ ਆਪਣੇ ਮੂੰਹ ਚੋਂ ਨਿਕਲਦੇ ਨੇ। ਐਗਜ਼ਾਮਪਲਸ, ਹਾਊ ਬਿਊਟੀਫੁਲ ਦ ਫਲਾਵਰ ਇਜ਼, ਵਾਟ ਯੂ ਲਵਲੀ ਸੀਨ। ਇਹ ਸੈਂਟੈਂਸਿਸ ਵਰਡ ਜਾਂ ਹਾਊ ਤੋਂ ਸਟਾਰਟ ਹੁੰਦੇ ਨੇ। ਉਸ ਤੋਂ ਬਾਅਦ ਕੋਈ ਆਰਟੀਕਲ, ਐਡਜੈਕਟਿਵ, ਨਾਊਨ ਤੇ ਫਿਰ ਕੋਈ ਹੈਲਪਿੰਗ ਵਰਬ ਹੋ ਸਕਦਾ ਹੈ। ਐਕਸਕਲੇਮੇਟਰੀ ਸੈਂਟੈਂਸਿਸ ਦੀ ਕੁਝ ਹੋਰ ਐਗਜ਼ਾਮਪਲਸ ਵੀ ਹੈ, ਜਿਸ ਤਰ੍ਹਾਂ ਅਲਾਸ ਦ ਸੋਲਜਰ ਡਾਈਡ ਫਾਈਟਿੰਗ। ਇਹ ਸੈਂਟੈਂਸ ਇੰਟਰਜੈਕਸ਼ਨ ਤੋਂ ਸਟਾਰਟ ਹੋ ਰਿਹਾ ਹੈ। ਐਕਸਕਲੇਮੇਟਰੀ ਸੈਂਟੈਂਸਿਸ ਦੇ ਐਂਡ ਵਿੱਚ ਯੂਜ਼ਲੀ ਐਕਸਕਲੇਮੇਟਰੀ ਮਾਰਕ ਲਗਾਇਆ ਜਾਂਦਾ ਹੈ। ਲਾਸਟ ਹੈ ਆਪਟੇਟਿਵ ਸੈਂਟੈਂਸ। ਆਪਟੇਟਿਵ ਸੈਂਟੈਂਸ ਪ੍ਰੇਅਰ, ਵਿਸ਼ ਜਾਂ ਕਰਸ ਨੂੰ ਐਕਸਪ੍ਰੈਸ ਕਰਦੇ ਨੇ। ਜਨਰਲੀ ਇਹ ਸੈਂਟੈਂਸਿਸ ਮੇ ਜਾਂ ਵਿਸ਼ ਤੋਂ ਸਟਾਰਟ ਹੁੰਦੇ ਨੇ। ਸਮਟਾਈਮਸ ਮੇ ਹਿਡਨ ਵੀ ਹੋ ਸਕਦੇ ਹੈ। ਐਗਜ਼ਾਮਪਲ, ਮੇ ਯੂ ਲਿਵ ਲੌਂਗ, ਵਿਸ਼ ਯੂ ਹੈਪੀ ਜਰਨੀ ਟੂਗੇਦਰ, ਲੌਂਗ ਲਿਵ ਦ ਕਿੰਗ, ਲੌਂਗ ਲਿਵ ਦ ਕਿੰਗ। ਇਸ ਸੈਂਟੈਂਸ ਦੇ ਵਿੱਚ ਮੇ ਹਿਡਨ ਹੈ। ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਆਪਟੇਟਿਵ ਸੈਂਟੈਂਸ ਦੇ ਐਂਡ ਤੇ ਐਕਸਕਲੇਮੇਟਰੀ ਸਾਈਨ ਲਗਾਉਣਾ ਹੈ। ਇਹਨਾਂ ਤਿੰਨੋਂ ਹੀ ਸੈਂਟੈਂਸਿਸ ਦਾ ਸਟਰਕਚਰ ਅਲੱਗ-ਅਲੱਗ ਹੈ। ਮੇ ਵਾਲੇ ਸੈਂਟੈਂਸਿਸ ਦੇ ਵਿੱਚ ਮੇ ਤੋਂ ਬਾਅਦ ਸਬਜੈਕਟ ਔਰ ਫਿਰ ਵਰਬ ਯੂਜ਼ ਹੁੰਦੇ ਹਨ, ਨਾਲ ਕੋਈ ਹੋਰ ਪਾਰਟ ਆਫ ਸਪੀਚ। ਵਿਸ਼ ਵਾਲੇ ਸੈਂਟੈਂਸਿਸ ਦੇ ਵਿੱਚ ਵਿਸ਼ ਤੋਂ ਬਾਅਦ ਸਬਜੈਕਟ ਤੇ ਉਸ ਤੋਂ ਬਾਅਦ ਨਾਊਨ ਫਰੇਜ਼। ਲੌਂਗ ਲਿਵ ਦ ਕਿੰਗ ਇੱਕ ਈਡੀਓਮੈਟਿਕ ਐਕਸਪ੍ਰੈਸ਼ਨ ਹੈ ਜੋ ਸਬਜੰਕਟਿਵ ਮੂਡ ਨੂੰ ਸ਼ੋ ਕਰਦਾ ਹੈ। ਮੀਨਸ ਇਹ ਜਿਹਾ ਸੈਂਟੈਂਸ ਜੋ ਸਪੀਕਰ ਦੇ ਐਟੀਟਿਊਡ ਨੂੰ ਸ਼ੋ ਕਰਦਾ ਹੈ। ਵੈਸੇ ਇਸ ਸੈਂਟੈਂਸ ਨੂੰ ਆਪਾਂ ਐਵੇਂ ਲਿਖ ਸਕਦੇ ਹਾਂ, ਮੇ ਦ ਕਿੰਗ ਲਿਵ ਲੌਂਗ। ਆਈ ਹੋਪ ਤੁਹਾਨੂੰ ਇਹ 5 ਦੇ 5 ਟਾਈਪਸ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਗੀਆਂ। ਤੁਸੀਂ ਇਹਨਾਂ 5 ਸੈਂਟੈਂਸਿਸ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ ਅਤੇ ਦੱਸਣਾ ਹੈ ਕਿ ਇਸ ਦੀ ਟਾਈਪ ਕਿਹੜੀ ਹੈ। ਫਰਸਟ, ਲੀਵ ਦਿਸ ਪਲੇਸ। ਸੈਕਿੰਡ, may you succeed. Third, what a pity. Fourth, who does not love his country? Fifth, she does not live here. Now test yourself. ਤੁਸੀਂ ਇਹਨਾਂ ਦੇ ਆਨਸਰਸ ਨੀਚੇ ਕਮੈਂਟ ਬਾਕਸ ਦੇ ਵਿੱਚ ਲਿਖਣੇ ਹਨ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਇੰਟਰਸਟਿੰਗ, ਮੀਨਿੰਗਫੁਲ ਤੇ ਯੂਜ਼ਫੁਲ ਲੱਗੀ ਹੋਵੇਗੀ। If yes, please like, share and subscribe. Thanks for watching. Stay connected, stay advanced.